राम राम जी। संगलादीप राजा शिवनाम अध्याय 47। बालाजी ने कहा कि मैं मर्दाना जी ते गुरु नानक जी राजे शिवनाम दी अभिलाखा पूर्ण करने ਲਈ ਸੰਗਲਾਦੀਪ ਵੱਲ ਤੁਰ ਪਏ। ਸਤਨਾਮ ਦਾ ਉਪਦੇਸ਼ ਰਸਤੇ ਵਿੱਚ ਦਿੰਦੇ ਜਾਂਦੇ ਅਤੇ ਜੋ ਵੀ ਦੀਨ ਦੁਖੀ ਹੁੰਦਾ ਉਸ ਨੂੰ ਸੱਚੇ ਗਿਆਨ ਦੇ ਮਾਰਗ ਵਿੱਚ ਪਾਈ ਜਾਂਦੇ। ਫਿਰ ਜਦੋਂ ਸੰਗਲਾਦੀਪ ਅਰਥਾਤ ਸ਼੍ਰੀਲੰਕਾ ਦੇ ਕਿਨਾਰੇ ਵਿੱਚ ਪੁੱਜੇ ਦੂਸਰੇ ਪਾਸੇ ਤੇ ਗੁਰੂ ਨਾਨਕ ਦੇਵ ਜੀ ਨੇ ਦੇਖਿਆ ਕਿ ਕੋਈ ਜਹਾਜ਼ ਉੱਥੇ ਨਹੀਂ ਸੀ ਜੋ ਉਹਨਾਂ ਨੂੰ ਪਾਰ ਉਤਾਰ ਕਰ ਦਿੰਦਾ। ਨਾਨਕ ਜੀ ਨੇ ਬਾਲਾ ਜੀ ਕੋਲ ਪੁੱਛਿਆ ਕਿ ਬਾਲਾ ਜੀ ਤੁਸੀਂ ਕੋਈ ਸਲਾਹ ਦਿਓ, ਇੱਥੇ ਤਾਂ ਕੋਈ ਜਹਾਜ਼ ਨਜ਼ਰ ਨਹੀਂ ਆਉਂਦਾ ਤੇ ਅਸੀਂ ਕਿਸ ਤਰ੍ਹਾਂ ਇਸ ਸਮੁੰਦਰ ਨੂੰ ਪਾਰ ਕਰਕੇ ਸ਼੍ਰੀਲੰਕਾ ਸੰਗਲਾਦੀਪ ਜਾਈਏ। ਬਾਲਾ ਜੀ ਨੇ ਕਿਹਾ ਕਿ ਸੰਗਲਾਦੀਪ ਜਾਣਾ ਕੋਈ ਔਖਾ ਨਹੀਂ ਹੈ ਨਾਨਕ ਜੀ, ਤੁਹਾਡਾ ਨਾਮ ਲੈ ਕੇ ਤੇ ਪੱਥਰ ਵੀ ਤੜ ਜਾਂਦੇ ਨੇ ਕਿ ਅਸੀਂ ਤੁਹਾਡੇ ਨਾਲ ਸੰਗਲਾਦੀਪ ਨਹੀਂ ਪੁੱਜ ਸਕਦੇ। ਨਾਨਕ ਜੀ ਮੁਸਕਰਾਉਣ ਲੱਗ ਪਏ। ਨਾਨਕ ਜੀ ਨੇ ਕਿਹਾ ਕਿ ਕਰਤਾਰ ਦਾ ਨਾਮ ਲੈ ਕੇ ਅਸੀਂ ਇਸ ਨੂੰ ਆਸਾਨੀ ਨਾਲ ਪਾਰ ਕਰ ਸਕਦੇ ਹਾਂ। ਤੁਸੀਂ ਮੇਰੇ ਤੇ ਸ਼ਰਧਾ ਰੱਖੋ ਤੇ ਨਿਰੰਕਾਰ ਦਾ ਨਾਮ ਜਪੋ। ਏਕ ਓਂਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਜੁਨੀ ਸੈਭੰ ਗੁਰੂ ਪ੍ਰਸਾਦ। ਇਹ ਉਚਾਰਨ ਕਰਕੇ ਨਾਨਕ ਜੀ ਨੇ ਕਿਹਾ ਤੁਸੀਂ ਮੇਰੇ ਪਿੱਛੇ ਉਚਾਰਨ ਕਰੋ ਅਤੇ ਅਸੀਂ ਸੰਗਲਾਦੀਪ ਪਹੁੰਚ ਜਾਵਾਂਗੇ। ਭਾਈ ਬਾਲਾ ਤੇ ਮਰਦਾਨਾ ਜੀ ਜੋ ਪੂਰਨ ਸ਼ਰਧਾ ਰੱਖਦੇ ਸਨ ਗੁਰੂ ਨਾਨਕ ਜੀ ਉੱਤੇ, ਇਸ ਸ਼ਬਦ ਦਾ ਉਚਾਰਨ ਕਰਕੇ ਗੁਰੂ ਨਾਨਕ ਜੀ ਪਿੱਛੇ ਚਲਦੇ ਚਲਦੇ ਸੰਗਲਾਦੀਪ ਦੇ ਇੱਕ ਬਾਗ ਵਿੱਚ ਪਹੁੰਚ ਗਏ। ਉਹਨਾਂ ਦੇ ਪੈਰ ਵੀ ਸਮੁੰਦਰ ਦੇ ਪਾਣੀ ਨਾਲ ਗਿੱਲੇ ਨਾ ਹੋਏ। ਜਦੋਂ ਉਸ ਬਗੀਚੇ ਵਿੱਚ ਨਾਨਕ ਜੀ ਬਾਲਾ ਜੀ ਤੇ ਮਰਦਾਨਾ ਜੀ ਪੁੱਜੇ, ਸੰਗਲਾਦੀਪ ਨਗਰ ਦਾ ਉਹ ਬਗੀਚਾ ਕਾਫੀ ਦਿਨਾਂ ਤੋਂ ਮੁਰਝਾਇਆ ਹੋਇਆ ਸੀ, ਪਰੰਤੂ ਗੁਰੂ ਨਾਨਕ ਜੀ ਦੇ ਆਗਮਨ ਨਾਲ ਉਹ ਹਰਾ ਭਰਾ ਹੋ ਗਿਆ ਤੇ ਸੁੰਦਰ ਫੁੱਲ ਉੱਥੇ ਖਿਲ ਪਏ। ਜਦੋਂ ਇੱਕ ਕੋਤਕ ਉੱਥੋਂ ਦੇ ਬਾਗਬਾਨ ਨੇ ਦੇਖਿਆ ਤੇ ਉਸਨੇ ਇਹ ਮਨ ਵਿੱਚ ਨਿਸ਼ਚਾ ਕਰ ਲਿਆ ਕਿ ਕੋਈ ਪੂਰਨ ਸੰਤ ਹੈ। ਉਹ ਦੌੜ ਕੇ ਰਾਜਾ ਸ਼ਿਵਨਾਮ ਕੋ ਆਇਆ ਅਤੇ ਸਾਰੀ ਗੱਲ ਦੱਸੀ। ਰਾਜੇ ਸ਼ਿਵਨਾਮ ਨੇ ਸੋਚਿਆ ਕਿ ਇਹ ਤੇ ਗੁਰੂ ਨਾਨਕ ਜੀ ਹੀ ਲੱਗਦੇ ਨੇ, ਪਰੰਤੂ ਰਾਜੇ ਸ਼ਿਵਨਾਮ ਕੋਲ ਅਸੰਖ ਹੀ ਝੂਠੇ ਸਾਧੂ ਆ ਚੁੱਕੇ ਸਨ ਤੇ ਉਹ ਚੰਗੀ ਤਰ੍ਹਾਂ ਪ੍ਰੀਖਿਆ ਕਰਕੇ ਹੀ ਨਾਨਕ ਜੀ ਨੂੰ ਮਿਲਣਾ ਚਾਹੁੰਦਾ ਸੀ। ਉਸਨੇ ਕਿਹਾ ਕਿ ਪ੍ਰੀਖਿਆ ਕਰ ਲੈਣੀ ਚਾਹੀਦੀ ਹੈ। ਫਿਰ ਉਸਨੇ ਸੁੰਦਰ ਤਰ੍ਹਾਂ ਦੇ ਪਕਵਾਨ ਮਿਸ਼ਠਾਨ ਬਣਾ ਕੇ ਅਨੇਕਾਂ ਤਰ੍ਹਾਂ ਦੇ ਗੁਰੂ ਨਾਨਕ ਜੀ ਕੋਲ ਭੇਜੇ ਛਕਣ ਵਾਸਤੇ। ਜਦੋਂ ਜੋ ਸਿਪਾਹੀ ਸਨ ਉਹ ਸੁੰਦਰ ਮਿਸ਼ਠਾਨ ਲੈ ਕੇ ਸੁੰਦਰ ਪਕਵਾਨ ਲੈ ਕੇ ਗੁਰੂ ਨਾਨਕ ਜੀ ਕੋਲ ਗਏ। ਗੁਰੂ ਨਾਨਕ ਜੀ ਨੇ ਉਹਨਾਂ ਪਕਵਾਨਾਂ ਨੂੰ ਅਸਵੀਕਾਰ ਕਰ ਦਿੱਤਾ। ਗੁਰੂ ਨਾਨਕ ਜੀ ਨੇ ਕਿਹਾ ਮਾਰੋ ਮਹਿਲਾ ਪਹਿਲਾ ਰਸ ਕਾ ਸਵਾਦ ਅਨੇਕ ਹੈ ਬਿਖ ਫਲ ਮੀਠੇ ਚਾਖ ਕਿਰਪਾ ਕਰੇ ਜਿਸ ਆਪਣੀ ਤਾਕੂ ਰਾਖੇ ਆਪ। ਅਰਥਾਤ ਇਹਨਾਂ ਰਸਾਂ ਦੇ ਬੇਅੰਤ ਸਵਾਦ ਮਿੱਠੇ ਵਿਹੂ ਸਮਾਨ ਹਨ। ਇੱਕ ਨਾਮ ਹੀ ਸੁੱਖਾਂ ਦਾ ਦੇਣ ਵਾਲਾ ਮਹਾਰਸ ਹੈ। ਜਿਸ ਉੱਤੇ ਉਸ ਪਰਮਾਤਮਾ ਆਪ ਕਿਰਪਾ ਕਰਦਾ ਹੈ ਉਹ ਇਸ ਨਾਮ ਦੇ ਰਸ ਨੂੰ ਛਕਦਾ ਹੈ। ਆਪ ਜੀ ਦਾ ਵਿਚਾਰ ਸੁਣ ਕੇ ਵਜ਼ੀਰ ਨੇ ਕਿਹਾ ਕਿ ਇਹ ਪਦਾਰਥਾਂ ਦੇ ਰਸਕਸ ਤੇ ਨਾਨਕ ਜੀ ਵਿਊ ਸਮਾਨ ਦੱਸਦੇ ਨੇ। ਉਹਨਾਂ ਨੂੰ ਇਹਨਾਂ ਸਵਾਦਲੇ ਪਕਵਾਨਾਂ ਦਾ ਕੋਈ ਲੋਭ ਨਹੀਂ ਹੈ। ਹੇ ਰਾਜਨ, ਤੁਹਾਡੇ ਸਵਾਦਲੇ ਪਕਵਾਨਾਂ ਨੂੰ ਗੁਰੂ ਨਾਨਕ ਜੀ ਨੇ ਠੁਕਰਾ ਦਿੱਤਾ ਹੈ। ਜਦੋਂ ਇਹ ਗੱਲਾਂ ਸੁਣੀਆਂ ਤੇ ਰਾਜੇ ਸ਼ਿਵਨਾਮ ਨੇ ਕਿਹਾ ਠੀਕ ਹੈ, ਪਕਵਾਨ ਠੁਕਰਾ ਦਿੱਤੇ ਨੇ, ਸੁੰਦਰ ਇਸਤਰੀਆਂ ਭੇਜੋ। ਜਦੋਂ ਸੁੰਦਰ ਇਸਤਰੀਆਂ ਲੈ ਕੇ ਜੋ ਦਰਬਾਰੀ ਸਨ ਗੁਰੂ ਨਾਨਕ ਜੀ ਦੇ ਚਰਨਾਂ 'ਚ ਗਏ, ਗੁਰੂ ਨਾਨਕ ਜੀ ਨੇ ਕਿਹਾ ਇਹ ਬਿਖ ਭਰੀਆਂ ਗੰਦਲਾਂ ਧਰੀਆਂ ਖੰਡ ਲਿਵਾੜ ਸੁੰਦਰ ਰੂਪ ਅਪਾਰ ਹੈ ਦੇਸੀ ਜਨਮ ਬਿਗਾੜ। ਅਰਥਾਤ ਇਹ ਅਪਾਰ ਰੂਪ ਵਾਲੀਆਂ ਇਸਤਰੀਆਂ ਬਿਓ ਦੀਆਂ ਗੰਦਲਾਂ ਖੰਡ ਵਿੱਚ ਲਪੇਟੀਆਂ ਹੋਈਆਂ ਹਨ ਜੋ ਪੁਰਸ਼ ਦਾ ਜਨਮ ਭ੍ਰਸ਼ਟ ਕਰ ਦਿੰਦੀਆਂ ਹਨ। ਗੁਰੂ ਜੀ ਦੇ ਇਹ ਬਚਨ ਜਦੋਂ ਸੁਣੇ ਤੇ ਦਰਬਾਰੀ ਇਸਤਰੀਆਂ ਨੂੰ ਲੈ ਕੇ ਵਾਪਸ ਰਾਜੇ ਸ਼ਿਵਨਾਮ ਕੋਲ ਆ ਗਏ। ਦਰਬਾਰੀਆਂ ਨੇ ਕਿਹਾ ਕਿ ਗੁਰੂ ਨਾਨਕ ਜੀ ਤੇ ਇਸਤਰੀਆਂ ਵੱਲ ਵੇਖਦੇ ਵੀ ਨਹੀਂ। ਉਹਨਾਂ ਨੇ ਕਿਹਾ ਤੇ ਜ਼ਹਿਰ ਨਾਲ ਭਰੀਆਂ ਹੋਈਆਂ ਮਿੱਠੀਆਂ ਗੰਦਲਾਂ ਹਨ। ਇਹ ਜਨਮ ਜੋ ਪੁਰਸ਼ ਦਾ ਹੈ ਉਸ ਨੂੰ ਨਸ਼ਟ ਕਰ ਭ੍ਰਸ਼ਟ ਕਰ ਦਿੰਦੀਆਂ ਹਨ। ਉਹਨਾਂ ਦੇ ਮਨ ਵਿੱਚ ਕੋਈ ਵੀ ਇਸਤਰੀਆਂ ਦਾ ਲੋਭ ਨਹੀਂ ਹੈ। ਫਿਰ ਰਾਜੇ ਸ਼ਿਵਨਾਮ ਨੇ ਕਿਹਾ ਠੀਕ ਹੈ, ਗੁਰੂ ਨਾਨਕ ਜੀ ਦੇ ਮਨ ਵਿੱਚ ਨਾ ਕਾਮ ਹੈ ਨਾ
ਸਵਾਦਿਸ਼ਟ ਭੋਜਨਾਂ ਨੂੰ ਖਾਣ ਦੀ ਚਾਹਤ ਹੈ। ਲੋਭ ਤੇ ਜ਼ਰੂਰ ਹੋਏਗਾ। ਉਹਨਾਂ ਨੂੰ ਸੁੰਦਰ ਰੇਸ਼ਮੀ ਵਸਤਰ, ਹੀਰੇ ਮੋਤੀ ਜਵਾਹਰਾਤ ਭੇਟਾ ਕਰੋ, ਫਿਰ ਦੇਖੋ ਉਹਨਾਂ ਦਾ ਮਨ ਡੋਲਦਾ ਹੈ ਕਿ ਨਹੀਂ। ਫਿਰ ਜੋ ਦਰਬਾਰੀ ਸਨ ਉਹ ਸੁੰਦਰ ਵਸਤਰ ਰੇਸ਼ਮੀ ਲੈ ਕੇ ਅਤੇ ਸੋਨੇ ਦੀਆਂ ਸ਼ਫਰੀਆਂ, ਮੋਤੀ, ਹੀਰੇ, ਪੰਨੇ, ਨੀਲਮ ਅਸੰਖ ਹੀ ਜੋ ਰਤਨ ਸਨ ਉਹ ਲੈ ਕੇ ਗੁਰੂ ਨਾਨਕ ਜੀ ਦੇ ਚਰਨਾਂ 'ਚ ਪੁੱਜ ਗਏ। ਗੁਰੂ ਨਾਨਕ ਜੀ ਨੇ ਉਹ ਸਭ ਦੇਖ ਕੇ ਕਿਹਾ, ਕਾਇਆ ਕੱਪੜ ਕੂੜ ਹੈ ਇनको ਦੇਖਣਾ ਭੂਲ, ਸੋਇਨਾ ਰੂਪਾ ਮਾਲ ਤਨ ਇਹੀ ਨਰਕ ਕੇ ਮੂਲ। ਅਰਥਾਤ ਇਸ ਸਰੀਰ ਤੇ ਇਸ ਨੂੰ ਪਾਉਣ ਵਾਲੇ ਗਹਿਣੇ ਤੇ ਕੱਪੜੇ ਸਭ ਝੂਠ ਹਨ। ਇਹਨਾਂ ਨੂੰ ਵੇਖ ਕੇ ਭੁੱਲਣਾ ਨਹੀਂ ਚਾਹੀਦਾ, ਇਹ ਨਰਕ ਦਾ ਮੂਲ ਹਨ। ਸਾਡੇ ਇਹ ਕਿਸੇ ਕੰਮ ਦੇ ਨਹੀਂ, ਆਪਣੇ ਰਾਜੇ ਨੂੰ ਜਾ ਕੇ ਦੇ ਦਿਓ। ਮੰਤਰੀ ਨੇ ਸਾਰੀ ਵਾਰਤਾ ਰਾਜੇ ਨੂੰ ਦੱਸੀ। ਰਾਜੇ ਸ਼ਿਵਨਾਭ ਨੇ ਸਾਰੀ ਵਾਰਤਾ ਸੁਣ ਕੇ ਮਨ ਵਿੱਚ ਸੋਚਿਆ ਕਿ ਸ਼ਾਇਦ ਹੁਣ ਸੱਚਮੁੱਚ ਗੁਰੂ ਨਾਨਕ ਹੀ ਮੈਨੂੰ ਦਰਸ਼ਨ ਦੇਣ ਲਈ ਆਏ ਨੇ। ਇਹ ਸਭ ਵਾਰਤਾ ਸੁਣ ਕੇ ਰਾਜਾ ਸ਼ਿਵਨਾਭ ਆਪਣੇ ਦਰਬਾਰੀਆਂ ਨੂੰ ਲੈ ਕੇ ਹੱਥ ਜੋੜ ਕੇ ਗੁਰੂ ਨਾਨਕ ਜੀ ਦੇ ਚਰਨਾਂ ਵਿੱਚ ਗਿਆ ਅਤੇ ਗੁਰੂ ਨਾਨਕ ਜੀ ਦੇ ਚਰਨਾਂ 'ਚ ਆਪਣਾ ਮਸਤਕ ਰੱਖ ਕੇ ਮੱਥਾ ਟੇਕਿਆ। ਗੁਰੂ ਨਾਨਕ ਨੇ ਰਾਜਾ ਸ਼ਿਵਨਾਭ ਨੂੰ ਦੇਖ ਕੇ ਵਚਨ ਉਚਾਰਨ ਕੀਤੇ, ਸੁਣ ਰਾਜਾ ਸ਼ਿਵਨਾਭ ਤੂੰ ਸ਼ੁਭ ਮਤ ਤੇਰੀ ਰਾਸ, ਨਾਨਕ ਪਰਦਾ ਦੂਰ ਕਰ ਹੋਵੇ ਦਾਸਨ ਦਾਸ। ਅਰਥਾਤ ਹੈ ਰਾਜਨ ਤੇਰੀ ਮਤ ਸ਼੍ਰੇਸ਼ਟ ਹੈ, ਤੂੰ ਭਰਮ ਦਾ ਪਰਦਾ ਦੂਰ ਕਰਕੇ ਸ਼ਰਧਾ ਧਾਰਨ ਕਰ। ਗੁਰੂ ਜੀ ਦਾ ਵਚਨ ਸੁਣ ਕੇ ਰਾਜਾ ਸ਼ਿਵਨਾਭ ਨੂੰ ਨਿਸ਼ਚਾ ਹੋ ਗਿਆ ਕਿ ਇਹ ਗੁਰੂ ਨਾਨਕ ਜੀ ਹੀ ਜਾਪਦੇ ਸਨ, ਪਰ ਫਿਰ ਸੋਚਣ ਲੱਗਾ ਕਿ ਇੱਕ ਰਾਤ ਹੋਰ ਪ੍ਰੀਖਿਆ ਲੈ ਲਵਾਂ। ਸੋ ਉਸਨੇ ਰਾਤ ਨੂੰ ਜਦੋਂ ਗੁਰੂ ਨਾਨਕ ਜੀ ਵਿਸ਼ਰਾਮ ਕਰਨ ਲੱਗੇ ਤੇ ਸੁੰਦਰ ਇਸਤਰੀਆਂ ਗੁਰੂ ਨਾਨਕ ਜੀ ਕੋਲ ਭੇਜ ਦਿੱਤੀਆਂ ਅਤੇ ਉਹਨਾਂ ਇਸਤਰੀਆਂ ਨੂੰ ਕਿਹਾ ਕਿ ਆਪਣੇ ਹਾਵ ਭਾਵ ਨਾਲ ਇਹਨਾਂ ਨੂੰ ਮੋਹਿਤ ਕਰਨ ਦੀ ਕੋਸ਼ਿਸ਼ ਕਰੋ ਤੇ ਬਾਅਦ 'ਚ ਸਵੇਰੇ ਸਾਰਾ ਹਾਲ ਆ ਕੇ ਮੈਨੂੰ ਦੱਸਣਾ। ਜਦੋਂ ਉਹ ਇਸਤਰੀਆਂ ਹਾਵ ਭਾਵ ਦਿਖਾ ਕੇ ਗੁਰੂ ਨਾਨਕ ਜੀ ਨੂੰ ਆਪਣੇ ਵੱਲ ਮੋਹਿਤ ਕਰਨ ਲੱਗੀਆਂ ਤਾਂ ਗੁਰੂ ਨਾਨਕ ਜੀ ਨੇ ਉਹਨਾਂ ਇਸਤਰੀਆਂ ਦੇ ਪ੍ਰਤੀ ਸ਼ਬਦ ਉਚਾਰਨ ਕੀਤੇ, ਸਤਨਾਮ ਸਿਮਰੋ ਸੁਖ ਪਾਰੀ, ਸਫਲ ਜਨਮ ਕਰ ਲਿਓ ਇਹ ਬਾਰੀ, ਬਿਖੇ ਸਾਧ ਮਹੀ ਬੈਸ ਨਾ ਖੋਵੋ, ਹਰ ਕੋ ਭਜੋ ਮੁਕਤ ਸਭ ਹੋਵੋ। ਪਰ ਉਹਨਾਂ ਇਸਤਰੀਆਂ ਨੇ ਫੇਰ ਹੀ ਆਖਿਆ ਕਿ ਸਾਡੀ ਮਨੋਕਾਮਨਾ ਤੁਸੀਂ ਪੂਰੀ ਕਰੋ, ਤੁਸੀਂ ਪੂਰਨ ਕਰਨੇ ਯੋਗ ਹੋ। ਗੁਰੂ ਨਾਨਕ ਜੀ ਨੇ ਤੇ ਕਿਹਾ ਕਿ ਸਤਨਾਮ ਦਾ ਸਿਮਰਨ ਕਰਕੇ ਇਸ ਜਨਮ ਨੂੰ ਸਫਲ ਕਰ ਲਓ। ਇਹਨਾਂ ਭੋਗ ਵਿਲਾਸਾਂ ਵਿੱਚ ਫਸ ਕੇ ਆਪਣੇ ਜਨਮ ਨੂੰ ਵਿਰਥਾ ਨਾ ਗਵਾਓ। ਮਨੁੱਖਾ ਤਨ ਤੁਹਾਨੂੰ ਮਿਲਿਆ ਹੈ ਅਤੇ ਇਹਨਾਂ ਵਿਕਾਰਾਂ ਤੋਂ ਆਪਣੇ ਆਪ ਨੂੰ ਬਚਾਓ। ਪਰ ਇਸਤਰੀਆਂ ਜੋ ਕਿ ਰਾਜੇ ਸ਼ਿਵਨਾਭ ਦੀਆਂ ਗੁਲਾਮ ਸਨ, ਉਹਨਾਂ ਨੇ ਤੇ ਰਾਜੇ ਦੀ ਆਗਿਆ ਦਾ ਪਾਲਨ ਕਰਨਾ ਹੀ ਸੀ। ਉਹਨਾਂ ਨੇ ਫਿਰ ਆਪਣੇ ਵੱਲੋਂ ਨਾਨਕ ਜੀ ਨੂੰ ਮੋਹਿਤ ਕਰਨ ਦੀ ਕੋਸ਼ਿਸ਼ ਕੀਤੀ। ਫਿਰ ਨਾਨਕ ਜੀ ਨੇ ਹੋਰ ਬਚਨ ਉਚਾਰਨ ਕੀਤੇ, ਇੱਕ ਓਂਕਾਰ ਸਤਿਗੁਰ ਪ੍ਰਸਾਦ ਆਸਾ ਕਰ ਛੇਵਾਂ ਮਹਿਲਾ ਪਹਿਲਾ। ਮਨ ਮੋਤੀ ਜੇ ਗਹਿਣਾ ਹੋਵੇ, ਪਉਨ ਹੋਵੇ ਸੁਤ ਧਾਰੀ, ਖਿਮਾ ਸਿੰਗਾਰ ਕਾਮਨ ਤਨ ਪਹਿਰੇ, ਰਾਵੇ ਲਾਲ ਪਿਆਰੀ, ਲਾਲ ਬਹੁ ਗੁਣ ਕਾਮਨ ਮੋਹੀ, ਤੇਰੇ ਗੁਣ ਹੋਏ ਨਾ ਅਵਰੀ। ਰਹਾਉ ਹਰ ਹਰ ਹਾਰ ਕੰਠਲੇ ਪਹਿਰੇ, दामोदर दंत लेई, कर कर करता कंगन पहिरे, इन बिद चित तरेई, मधुसूदन कर मुंदरी पहिरे, परमेसर पटलेई, तीरज तड़ी बंदावे कामन, श्रीरंग सुरमा देई, मन मंदर जे दीपक जाले, काया सेज करई, ज्ञान राव जब सेवे आवे, सेजे आवे ਤਾਂ ਨਾਨਕ ਭੋਗ ਕਰਈ। ਨਾਨਕ ਜੀ ਨੇ ਇਹ ਬਚਨ ਉਹਨਾਂ ਇਸਤਰੀਆਂ ਦੇ ਪ੍ਰਤੀ ਉਚਾਰਨ ਕੀਤੇ। ਭਾਵ, ਹੇ ਇਸਤਰੀਓ, ਤੁਸੀਂ ਇਸ ਤਰ੍ਹਾਂ ਦਾ ਸੁੱਚਾ ਮੋਤੀ ਵਰਗਾ ਸਾਫ਼ ਮਨ ਕਰੋ, ਸ਼ੀਲ ਸੰਤੋਖ ਦਾ ਸ਼ਿੰਗਾਰ ਕਰੋ। ਇਹਨਾਂ ਗੁਨਾਹ ਕਰਕੇ ਤੁਸੀਂ ਆਪਣੇ ਪਿਆਰੇ ਨੂੰ ਮੋਹ ਸਕੋਗੀਆਂ। ਮਧੂਸੂਦਨ ਤੇ ਹਰ ਨਾਮ ਦੇ ਕੜੇ ਤੇ ਮੁੰਦਰੀ ਆਦਿ ਗਹਿਣੇ ਪਹਿਨੋ ਅਤੇ ਪਰਮੇਸ਼ਵਰ ਨਾਮ ਦੇ ਕੱਪੜੇ ਪਹਿਨੋ। ਧੀਰਜ ਦੀਆਂ ਪੱਟੀਆਂ ਗੂੰਦੋ ਅਤੇ ਪ੍ਰਭੂ ਨਾਮ ਦਾ ਅੱਖਾਂ ਵਿੱਚ ਸੁਰਮਾ ਪਾਓ। ਮਨ ਦੇ ਮੰਦਰ ਵਿੱਚ ਗਿਆਨ ਦਾ ਦੀਵਾ ਜਗਾਓ ਅਤੇ ਸੁੰਦਰ ਸਰੀਰ ਨੂੰ ਸੇਜਾ ਕਰੋ। ਤਦ ਫਿਰ ਜਦ ਪ੍ਰਭੂ ਦਾ ਗਿਆਨ ਤੁਹਾਡੇ ਹਿਰਦੇ ਦੀ ਸੇਜ ਉੱਤੇ ਆਵੇਗਾ ਤਾਂ ਤੁਹਾਨੂੰ ਅੰਤਰ ਆਤਮੇ ਸੁਖ ਦੀ ਪ੍ਰਾਪਤੀ ਹੋਵੇਗੀ।
इस तरह इस शब्द का भाव समझा के फिर गुरु जी ने अष्टपदी का उच्चारण किया। बसंत महला पहला अष्टपदी गरिक दुतुकिया एक ओंकार सतगुरु प्रसाद। जग कौआ नाम नहीं चीत, नाम विसार गिरे देख पीत। मनुआ डोले चीत अनीत, जग स्यूं टुट्टी झूठ प्रीत। काम क्रोध बिख बज्जर भार, नाम बिना कैसे गुण चार रहाओ। कर बालू का घुमन घेर, बरखस बानी बुदबुदा हेर। मात्र बूंद ते तरचक फेर, सर्ब जोत नामे की चेर। सर्ब उपाय गुर सीर मोर, भक्ति करो पग लागू तोर। नाम रतो चाहूँ तुझ ओर, नाम दुराए चले सो चोर। पत खोई बिख अंचल पाई, साच नाम रतो पत स्यूं कर जाई। जो किश कीनस प्रभु रजाई, पैमाने निर्भो मेरी माई। कामन चाहे सुंदर भोग, पान फूल मीठे रस रोग। खीले बिगसे ते तो सोग, प्रभु शरणागत कीनस होग। कापर पहिरस अधिक सिंगार, माटी फूली रूप विकार। आसा मनसा बांधो बार, नाम बिना सूना घर बार। गाशो पुत्री राजकुमार, नाम पनाहु सच दोत सवार। प्रियो सेवहु प्रभु प्रेम आधार, गुर शब्दी बिख त्यास निवार। मोहन मोह लिया मन मोह, गुर के शब्द पछाना तो। नानक ठाडे चाही प्रभु द्वार, तेरे नाम संतोख कृपा तार। अर्थात हे राजपुत्रियो, नाम जपो, गुर शब्द द्वारा विकारां दी इच्छा दूर करो, पति की सेवा करो, ਤੁਹਾਨੂੰ ਮੁਕਤ ਦੁਆਰ ਦੀ ਪ੍ਰਾਪਤੀ ਹੋਵੇਗੀ। ਇਹ ਕਾਮ ਕ੍ਰੋਧ ਆਦਿਕ ਵਿਕਾਰ ਪੱਥਰ ਵਾਂਗ ਭਾਰੇ ਹਨ। ਨਾਮ ਸਿਮਰਨ ਤੋਂ ਬਿਨਾ ਇਹਨਾਂ ਨਾਲ ਸੰਸਾਰ ਸਮੁੰਦਰ ਤੋਂ ਪਾਰ ਨਹੀਂ ਪਾਇਆ ਜਾ ਸਕਦਾ। ਇਹ ਸ਼ਬਦ ਦਾ ਉਪਦੇਸ਼ ਸੁਣ ਕੇ ਉਹਨਾਂ ਸਾਰਿਆਂ ਨੇ ਗੁਰੂ ਜੀ ਨੂੰ ਨਮਸਕਾਰ ਕੀਤੀ ਅਤੇ ਆਪਣੀ ਭੁੱਲ ਬਖਸ਼ਾਈ। ਦਿਨ ਚੜ੍ਹੇ ਜਦੋਂ ਉਹਨਾਂ ਇਸਤਰੀਆਂ ਨੇ ਰਾਜੇ ਸ਼ਿਵਨਾਭ ਨੂੰ ਸਾਰੀ ਵਾਰਤਾ ਦੱਸੀ ਕਿ ਅਸੀਂ ਅਨੇਕਾਂ ਤਰ੍ਹਾਂ ਦੇ ਹਾਵ ਭਾਵ ਦੱਸੇ, ਪਰ ਗੁਰੂ ਨਾਨਕ ਪੂਰਨ ਪੁਰਖ ਹਨ, ਪਰਮਾਤਮਾ ਦੇ ਰੂਪ ਹਨ, ਉਹਨਾਂ ਉੱਤੇ ਸਾਡੀ ਕਿਸੇ ਗੱਲ ਦਾ ਕੋਈ ਅਸਰ ਨਾ ਹੋਇਆ। ਰਾਜਾ ਸ਼ਿਵਨਾਭ ਨੰਗੇ ਪੈਰੀ ਜਾ ਕੇ ਆਪਣੀ ਅੱਖਾਂ 'ਚ ਵਿਰਾਗ ਦੇ ਅਥਰੂ ਪਾੜ ਕੇ ਨਾਨਕ ਜੀ ਅੱਗੇ ਗਏ। ਜਦੋਂ 2.5 ਪਹਿਰ ਬੀਤ ਗਏ, ਰਾਜਾ ਸ਼ਿਵਨਾਭ ਹੱਥ ਜੋੜ ਕੇ ਗੁਰੂ ਨਾਨਕ ਜੀ ਦੇ ਚਰਨਾਂ 'ਚ ਖੜਾ ਰਿਹਾ ਤੇ ਰਾਜੇ ਸ਼ਿਵਨਾਭ ਨੂੰ ਵੇਖ ਕੇ ਨਾਨਕ ਜੀ ਦੇ ਮਨ 'ਚ ਦਇਆ ਆ ਗਈ। ਨਾਨਕ ਜੀ ਨੇ ਕਿਹਾ ਕਿ हे ਰਾਜਨ, ਮੈਂ ਤੇਰੇ 'ਤੇ ਪ੍ਰਸੰਨ ਹਾਂ, ਤੂੰ ਪੂਰੀ ਤਰ੍ਹਾਂ ਮੇਰੀ ਪ੍ਰੀਖਿਆ ਲੈ ਲਿੱਤੀ ਹੈ। ਹੁਣ ਤੂੰ ਦੱਸ, ਤੂੰ ਕਿਸ ਤਰ੍ਹਾਂ ਪ੍ਰਸੰਨ ਹੋਵੇਗਾ? ਜੋ ਮੰਗਣਾ ਹੈ ਮੰਗ ਲੈ। ਰਾਜੇ ਸ਼ਿਵਨਾਭ ਨੇ ਕਿਹਾ, ਪਹਿਲਾਂ ਆਪਣਾ ਨਾਮ ਦੱਸੋ, ਫਿਰ ਮੈਂ ਤੁਹਾਡੇ ਕੋਲ ਕੁਝ ਮੰਗਾਂਗਾ। ਨਾਨਕ ਜੀ ਨੇ ਕਿਹਾ, ਮਾਰੋ ਮਹਿਲਾ ਪਹਿਲਾ। जोगी जुगत नाम निर्माइल, ताके मैल न राती। प्रीतम नाथ सदा सच संगे, जन्म मरण गति बीती। गुसाई तेरा कहा नाम कैसे जाती। जातो पीतर महल बुलावी, पूछो बात निरंती रहाओ। राजे ने कहा, तुहाडी गल दी समझ नहीं आई। जेकर तुहाडी ब्राह्मण जाति है तो कृपा करके स्पष्ट करके दसो। फिर गुरु नानक जी ने कहा, ब्रह्मन ब्रह्म ज्ञान स्नानी, हर गुण पूजे पाती। एको नाम एक नारायण, त्रिभुवन एको जाति। फिर राजे ने कहा, महाराज जे तुहाडी जाति ब्राह्मण नहीं तो खत्री है। सतगुरु जी बोले, जीवा डंडी इकट छाबा, तोलो नाम अजाची। एको हाट साह सबना सिर, वंचारे एक भाती। जब इस नाल भी राजे नूं कुछ निश्चा ना होया तो वह बहुत कल्प के कहने लगा कि तुसीं स्पष्ट करके अपनी जात नहीं दसदे
ਅਦਨਾ ਹੀ ਨਾਮ ਦੱਸਦੇ ਹੋ। ਫਿਰ ਤੁਸੀਂ ਕੀ ਗ੍ਰਸਤੀ ਸਾਧੂ ਹੋ ਜਾਂ ਤੁਸੀਂ ਵੈਰਾਗੀ ਸਾਧੂ ਹੋ, ਕੁਝ ਸਾਫ਼ ਕਰਕੇ ਦੱਸੋ। ਨਾਨਕ ਜੀ ਨੇ ਕਿਹਾ, ਦੋਵੇਂ ਸਿਰੇ ਸਤਿਗੁਰੂ ਨਿਬੇੜੇ, ਸੋ ਬੂਝੇ ਜਿਸ ਏਕ ਲਿਵ ਲਾਗੀ, ਜਿਉ ਰਹੇ ਨਿਬਰਾਤੀ। ਸ਼ਬਦ ਵਸਾਏ ਭਰਮ ਚੁਕਾਏ, ਸਦਾ ਸੇਵਕ ਦਿਨ ਰਾਤੀ। ਫਿਰ ਰਾਜਾ ਸੋਚ ਕੇ ਕਹਿਣ ਲੱਗਾ, ਜੇ ਤੁਸੀਂ ਗੋਰਖ ਹੋ ਤਾਂ ਦੱਸੋ। ਗੁਰੂ ਜੀ ਨੇ ਕਿਹਾ, ਉੱਪਰ ਗगन गगन पर गोरख, ताका अगम गूर पुनवासी। गुर बचनी बाहर घरे को, नानक पिया उदासी। राजे ने जब सुनिया कि नानक जी आप मेरे सामने विराजमान हैं तो वह बहुत प्रसन्न होया। बहुत खुश होके उसने 3 परिक्रमावां कीतियां, हथ जोड़े तो अपना मस्तक गुरु नानक जी के चरणों 'ਚ बहुत श्रद्धापूर्वक रखिया। मेरी रचना तुहाडे उस्तत नहीं कर सकती, मैनू हर प्रकार करके अपना दास समझो, मेरे करनों अपने चरण पा के पवित्र करो। गुरु जी ने कहा, राजा तू पहला धर्मशाला तैयार कर ਅਤੇ फिर सानू आन के लै जावी। यह आग्ञा सुन के राजा शिवनाम उतों चला गया तो धर्मशाला बनानी आरंभ करवा दी। धन्यवाद।